ਭਾਰਤ ਦੇ ਬਹੁਤ ਹੀ ਪਿਆਰੇ ਦੇਸ਼ ਵਾਸੀਓ, ਅੱਜ ਆਪ ਜੀ ਦੇ ਨਾਲ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੁਆਰਾ ਲਿਖਿਆ ਗਿਆ ਭਾਰਤੀ ਸੰਵਿਧਾਨ ਲੈ ਕੇ ਹਾਜ਼ਰ ਹੋਇਆ ਹਾਂ। ਅੱਜ ਆਪ ਜੀ ਦੇ ਨਾਲ ਭਾਰਤੀ ਸੰਵਿਧਾਨ ਦੇ ਆਰਟੀਕਲ 12 ਅਤੇ 13 ਬਾਰੇ ਗੱਲਬਾਤ ਕਰਾਂਗੇ, ਜੋ ਭਾਰਤੀ ਸੰਵਿਧਾਨ ਦੇ ਅਧਿਆਇ ਨੰਬਰ 3 ਵਿੱਚ ਦਰਜ ਕੀਤਾ ਗਿਆ ਹੈ। ਸੋ ਆਓ ਆਪਾਂ ਸਾਰੇ ਰਲ ਮਿਲ ਕੇ ਭਾਰਤੀ ਸੰਵਿਧਾਨ ਨੂੰ ਪੜ੍ਹਨ ਦਾ, ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ, ਕਿਉਂਕਿ ਭਾਰਤੀ ਸੰਵਿਧਾਨ ਵਿੱਚ ਸਾਡੇ ਕਾਨੂੰਨੀ ਅਧਿਕਾਰ ਲਿਖੇ ਨੇ। ਭਾਰਤੀ ਸੰਵਿਧਾਨ ਵਿੱਚ ਸਾਡੇ ਮਨੁੱਖੀ ਅਧਿਕਾਰ ਲਿਖੇ ਨੇ। ਭਾਰਤੀ ਸੰਵਿਧਾਨ ਵਿੱਚ ਸਾਡੇ ਸਮਾਜਿਕ ਅਧਿਕਾਰ ਲਿਖੇ ਨੇ। ਭਾਰਤੀ ਸੰਵਿਧਾਨ ਵਿੱਚ ਸਾਡੇ ਨੌਕਰੀਆਂ ਦੇ ਅਧਿਕਾਰ, ਸਾਡੀਆਂ ਜ਼ਮੀਨਾਂ ਦੇ ਅਧਿਕਾਰ, ਸਾਡੀ ਐਜੂਕੇਸ਼ਨ ਦੇ ਅਧਿਕਾਰ, ਸਾਡੇ ਰੁਜ਼ਗਾਰ ਦੇ ਅਧਿਕਾਰ, ਸਾਡੇ ਹਰ ਇੱਕ ਉਹ ਜਨਮ ਤੋਂ ਲੈ ਕੇ ਮਰਨ ਤੱਕ ਦੇ ਅਧਿਕਾਰ ਦਰਜ ਨੇ, ਜਿਹੜੇ ਸਾਨੂੰ ਪਤਾ ਹੋਣੇ ਚਾਹੀਦੇ ਨੇ। ਇਸ ਕਰਕੇ ਮੈਂ ਆਪ ਜੀ ਦੇ ਨਾਲ ਭਾਰਤੀ ਸੰਵਿਧਾਨ ਦੀ ਵਿਚਾਰ ਕਰ ਰਿਹਾ ਹਾਂ। ਸੋ ਆਓ ਆਪਾਂ ਸਾਰੇ ਰਲ ਮਿਲ ਕੇ ਭਾਰਤੀ ਸੰਵਿਧਾਨ ਦੀ ਵਿਚਾਰ ਆਰੰਭ ਕਰੀਏ। ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਸਤਿਗੁਰਾਂ, ਆਪਣੇ ਰਹਿਬਰਾਂ, ਆਪਣੇ ਮਹਾਂਪੁਰਖਾਂ ਨੂੰ ਹੋਈਏ ਨਤਮਸਤਕ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਜਦੋਂ ਅਸੀਂ ਭਾਰਤੀ ਸੰਵਿਧਾਨ ਨੂੰ ਪੜ੍ਹਦੇ ਹਾਂ ਤਾਂ ਭਾਰਤੀ ਸੰਵਿਧਾਨ ਦੇ ਅਧਿਆਇ ਨੰਬਰ 3 ਦੇ ਵਿੱਚ ਮੌਲਿਕ ਅਧਿਕਾਰਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਹੜੇ ਸਾਨੂੰ ਸਾਰਿਆਂ ਨੂੰ ਪਤਾ ਹੋਣੇ ਚਾਹੀਦੇ ਹਨ। ਮੌਲਿਕ ਅਧਿਕਾਰ ਜਿਹੜੇ ਕਿ 14 ਤੋਂ 35 ਤੱਕ ਨੇ। ਮੈਂ ਬੇਨਤੀ ਕੀਤੀ ਸੀ ਆਪਾਂ 12 ਤੋਂ ਲੈ ਕੇ ਜਦੋਂ 35 ਤੱਕ ਪੜ੍ਹਾਂਗੇ ਤਾਂ ਸਾਨੂੰ ਬਹੁਤ ਕੁਝ ਕਲੀਅਰ ਹੋ ਜਾਏਗਾ, ਕਿਉਂਕਿ 12 ਅਤੇ 13 ਦੇ ਵਿੱਚ ਸਾਨੂੰ ਮੂਲ ਅਧਿਕਾਰਾਂ ਬਾਰੇ ਬਹੁਤ ਸੋਹਣੇ ਤਰੀਕੇ ਨਾਲ ਸਮਝਾਇਆ ਗਿਆ ਹੈ। ਇਸ ਕਰਕੇ ਜ਼ਰੂਰੀ ਬੇਨਤੀ ਇਹ ਹੈ ਕਿ 12 ਅਤੇ 13 ਆਰਟੀਕਲ ਨੂੰ ਜ਼ਰੂਰ ਪੜ੍ਹਿਆ ਜਾਵੇ ਜਦੋਂ ਵੀ ਤੁਸੀਂ ਮੌਲਿਕ ਅਧਿਕਾਰ ਪੜ੍ਹਨੇ ਨੇ। ਭਾਵ ਮੌਲਿਕ ਅਧਿਕਾਰ 12 ਤੋਂ ਲੈ ਕੇ 35 ਤੱਕ ਤੁਸੀਂ ਮੰਨ ਲਓ ਵੀ 35 ਤੱਕ ਨੇ। ਮੈਂ ਪਿਛਲੀ ਵੀਡੀਓ ਦੇ ਵਿੱਚ ਇੱਕ ਬੇਨਤੀ ਕੀਤੀ ਸੀ, ਜਿਨ੍ਹਾਂ ਨੇ ਵੀਡੀਓ ਨਹੀਂ ਸੁਣੀ ਕਿਰਪਾ ਕਰਕੇ ਉਹ YouTube 'ਤੇ ਗੁਰਪ੍ਰੀਤ ਸਿੰਘ ਸ਼ਿਮਲਾਪੁਰੀ ਇੱਕ ਪੇਜ ਬਣਾਇਆ ਗਿਆ ਹੈ, ਉਹਦੇ 'ਤੇ ਜਾ ਕੇ ਤੁਸੀਂ ਵੀਡੀਓ ਸੁਣ ਸਕਦੇ ਹੋ। ਮੌਲਿਕ ਅਧਿਕਾਰਾਂ ਤੋਂ ਕੀ ਭਾਵ ਹੈ, ਉਹਦੇ ਵਿੱਚ ਮੈਂ ਮੌਲਿਕ ਸ਼ਬਦ ਦੀ ਵਿਆਖਿਆ ਕੀਤੀ ਸੀ ਕਿ ਮੌਲਿਕ ਨੂੰ ਅਸੀਂ ਮੂਲ ਵੀ ਕਹਿ ਦਿੰਦੇ ਹਾਂ। ਅੰਗਰੇਜ਼ੀ ਦੇ ਵਿੱਚ ਅਸੀਂ ਮੌਲਿਕ ਨੂੰ ਫੰਡਾਮੈਂਟਲ ਕਹਿ ਦਿੰਦੇ ਹਾਂ, ਅਧਿਕਾਰਾਂ ਨੂੰ ਰਾਈਟਸ ਕਹਿ ਦਿੰਦੇ ਹਾਂ, ਫੰਡਾਮੈਂਟਲ ਰਾਈਟਸ। ਮੌਲਿਕ ਤੋਂ ਭਾਵ ਮੂਲ, ਅਸੀਂ ਮੂਲ ਵੀ ਕਹਿ ਦਿੰਦੇ ਹਾਂ, ਮੂਲ ਨੂੰ ਅਸੀਂ ਮੁੱਢ ਵੀ ਕਹਿ ਦਿੰਦੇ ਹਾਂ, ਮੁੱਢ ਨੂੰ ਅਸੀਂ ਸ਼ੁਰੂਆਤ ਵੀ ਕਹਿ ਦਿੰਦੇ ਹਾਂ। ਮੌਲਿਕ ਅਧਿਕਾਰ ਭਾਵ ਸ਼ੁਰੂਆਤੀ ਅਧਿਕਾਰ। ਜਦੋਂ ਤੋਂ ਸਾਡਾ ਜਨਮ ਹੋਇਆ ਮਰਨ ਤੱਕ ਅਸੀਂ ਮੌਲਿਕ ਅਧਿਕਾਰਾਂ ਦੇ ਹੱਕਦਾਰ ਹਾਂ, ਸ਼ੁਰੂਆਤੀ ਅਧਿਕਾਰਾਂ ਦੇ ਹੱਕਦਾਰ ਹਾਂ। ਉਹ ਕਿਹੜੇ ਨੇ, ਉਹ ਕਿਵੇਂ ਵਿਆਖਿਆ ਕੀਤੀ ਹੈ, ਕਿਰਪਾ ਕਰਕੇ ਉਹ ਵੀਡੀਓ ਜ਼ਰੂਰ ਵੇਖਿਓ। ਅੱਜ ਆਪ ਜੀ ਦੇ ਨਾਲ ਆਰਟੀਕਲ 12 ਦੀ ਅਤੇ 13 ਦੀ ਗੱਲਬਾਤ ਕਰਾਂਗਾ। ਸੋ ਆਰਟੀਕਲ 12 ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਪਰਿਭਾਸ਼ਾ ਦਿੰਦੇ ਨੇ। ਕੀ ਕਹਿੰਦੇ ਨੇ, ਧਿਆਨ ਨਾਲ ਸੁਣਿਓ। ਰਾਜ ਦੇ ਅਧੀਨ, ਰਾਜ ਕੇਂਦਰ ਸਰਕਾਰ ਨੂੰ ਵੀ ਕਿਹਾ ਗਿਆ ਹੈ ਭਾਰਤੀ ਸੰਵਿਧਾਨ ਵਿੱਚ, ਔਰ ਰਾਜ ਦੀਆਂ ਸਰਕਾਰਾਂ ਨੂੰ ਵੀ ਕਿਹਾ ਗਿਆ ਹੈ, ਜਿਹਨੂੰ ਸਟੇਟ ਦੀਆਂ ਸਰਕਾਰਾਂ ਕਹਿੰਦੇ ਆ। ਰਾਜ ਦੇ ਅਧੀਨ ਭਾਵ ਭਾਰਤ ਦੇ ਅਧੀਨ, ਭਾਰਤ ਦੀ ਸਰਕਾਰ, ਭਾਰਤ ਦੀ ਸਰਕਾਰ, ਸੈਂਟਰ ਸਰਕਾਰ, ਕੇਂਦਰ ਸਰਕਾਰ ਅਤੇ ਸੰਸਦ। ਸੰਸਦ ਅਸੀਂ ਕਹਿ ਦਿੰਦੇ ਹਾਂ ਪਾਰਲੀਮੈਂਟ, ਜਿੱਥੇ
MP ਜਿੱਤ ਕੇ ਜਾਂਦੇ ਨੇ ਅਤੇ ਰਾਜਾਂ ਦੀ ਹਰੇਕ ਰਾਜ ਸਰਕਾਰ, ਆਪ ਜੀ ਨੂੰ ਪਤਾ ਕਿ ਭਾਰਤ ਵਿੱਚ 29 ਰਾਜ ਹੋ ਗਏ ਜੰਮੂ ਐਂਡ ਕਸ਼ਮੀਰ ਮਿਲਾ ਕੇ, ਅਤੇ ਇਹ ਜਿਹੜੇ 29 ਰਾਜ ਨੇ ਜਿਵੇਂ ਪੰਜਾਬ, ਹਰਿਆਣਾ, ਹਿਮਾਚਲ, ਯੂਪੀ, ਬਿਹਾਰ, ਰਾਜਸਥਾਨ, ਆਂਧਰਾ ਪ੍ਰਦੇਸ਼, ਇੱਦਾਂ ਦੇ ਜਿਹੜੇ 29 ਰਾਜ ਨੇ, ਇਹਨਾਂ ਦੀ ਗੱਲ ਕਰ ਰਹੇ ਨੇ ਬਾਬਾ ਸਾਹਿਬ ਜੀ। ਭਾਰਤੀ ਸੰਵਿਧਾਨ ਕਹਿ ਰਿਹਾ ਹੈ ਰਾਜਾਂ ਦੀ ਹਰੇਕ ਰਾਜ ਸਰਕਾਰ ਅਤੇ ਵਿਧਾਨ ਮੰਡਲ ਦਾ ਵੀ ਆਪ ਨੂੰ ਪਤਾ ਹੈ ਜਿੱਥੇ ਸਾਡੇ MLA ਜਿੱਤ ਕੇ ਜਾਂਦੇ ਨੇ, ਅਤੇ ਭਾਰਤ ਦੇ ਰਾਜ ਖੇਤਰ ਵਿੱਚ, ਭਾਰਤ ਦਾ ਜਿਹੜਾ ਰਾਜ ਖੇਤਰ ਹੈ, ਤੁਸੀਂ ਨਕਸ਼ਾ ਵੇਖ ਸਕਦੇ ਹੋ ਇੰਡੀਆ ਦਾ, ਭਾਰਤ ਦਾ, ਉਸ ਨਕਸ਼ੇ ਵਿੱਚ ਤੁਸੀਂ ਦੇਖ ਸਕਦੇ ਹੋ ਭਾਰਤ ਦੀਆਂ ਸਰਹੱਦਾਂ ਕਿੱਥੇ ਤੱਕ ਲੱਗਦੀਆਂ ਨੇ, ਉੱਥੋਂ ਤੱਕ ਰਾਜ ਖੇਤਰ ਤੱਕ ਗੱਲ ਕੀਤੀ ਹੈ, ਪੂਰੇ ਰਾਜ ਖੇਤਰ ਦੀ। ਜਾਂ ਭਾਰਤ ਸਰਕਾਰ ਦੇ ਕੰਟਰੋਲ ਅਧੀਨ ਸਾਰੇ ਸਥਾਨਕ ਲੋਕ, ਇਹ ਸਮਝਣ ਵਾਲੀ ਗੱਲ ਹੈ। ਮੈਂ ਇੱਕ ਵਾਰ ਫੇਰ ਦੁਹਰਾ ਦਿਆਂ, ਭਾਰਤ ਸਰਕਾਰ ਦੇ ਕੰਟਰੋਲ ਅਧੀਨ ਸਾਰੇ ਸਥਾਨਕ ਲੋਕ ਮੌਲਿਕ ਅਧਿਕਾਰਾਂ ਦੇ ਹੱਕਦਾਰ ਹਨ। ਕਿੰਨੀ ਪਿਆਰੀ ਗੱਲ ਲਿਖੀ ਹੈ ਇੱਥੇ ਡਾਕਟਰ ਅੰਬੇਦਕਰ ਸਾਹਿਬ ਜੀ ਨੇ। ਜਿਹੜੇ ਲੋਕ ਅਜੇ ਵੀ ਕਹਿੰਦੇ ਨੇ ਕਿ ਡਾਕਟਰ ਅੰਬੇਦਕਰ ਸਾਹਿਬ ਦਲਿਤਾਂ ਦੇ, ਅਛੂਤਾਂ ਦੇ, ਗਰੀਬਾਂ ਦੇ ਮਸੀਹਾ ਨੇ, ਓਏ ਨਹੀਂ, ਤੁਹਾਨੂੰ ਭੁਲੇਖਾ ਪੈਂਦਾ, ਤੁਹਾਨੂੰ ਕਿਸੇ ਨੇ ਗਲਤ ਜਾਣਕਾਰੀ ਦਿੱਤੀ ਹੈ। ਤੁਸੀਂ ਕਦੇ ਬਾਬਾ ਸਾਹਿਬ ਦਾ ਲਿਖਿਆ ਸੰਵਿਧਾਨ ਤਾਂ ਪੜ੍ਹ ਕੇ ਵੇਖੋ, ਇੱਥੋਂ ਪਤਾ ਲੱਗਦਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਇਕੱਲੇ ਦਲਿਤਾਂ, ਅਛੂਤਾਂ ਦੇ ਨੇਤਾ ਨਹੀਂ, ਮਸੀਹਾ ਨਹੀਂ, ਉਹ ਪੂਰੇ ਭਾਰਤ ਦੇ ਮਸੀਹਾ ਨੇ, ਕਿਉਂਕਿ ਉਹਨਾਂ ਨੇ ਜਿਹੜੇ ਅਧਿਕਾਰ ਦਿੱਤੇ ਨੇ ਉਹ ਪੂਰੇ ਭਾਰਤ ਦੇ ਲੋਕਾਂ ਨੂੰ ਦਿੱਤੇ ਨੇ। ਭਾਰਤ ਸਰਕਾਰ ਦੇ ਕੰਟਰੋਲ ਅਧੀਨ ਆਉਂਦੇ ਸਾਰੇ ਸਥਾਨਕ ਲੋਕ, ਉਹ ਹਿੰਦੂ ਹੋਣ, ਮੁਸਲਮਾਨ ਹੋਣ, ਜੈਨੀ ਹੋਣ, ਬੋਧੀ ਹੋਣ, ਸਿੱਖ ਹੋਣ, ਈਸਾਈ ਹੋਣ, ਪਾਰਸੀ ਹੋਣ, ਜਿੰਨੇ ਵੀ ਭਾਰਤ ਵਿੱਚ ਧਰਮ ਨੇ, ਜਿਹੜੇ ਮਰਜ਼ੀ ਧਰਮ ਨਾਲ ਸੰਬੰਧ ਰੱਖਦੇ ਹੋਣ, ਕਿਸੇ ਵੀ ਜਾਤ ਨਾਲ, ਗੋਤ ਨਾਲ, ਅਕਲ ਨਾਲ, ਨਸਲ ਨਾਲ, ਰੰਗ ਨਾਲ ਸੰਬੰਧ ਰੱਖਦੇ ਹੋਣ, ਕਿਸੇ ਵੀ ਖੇਤਰ ਨਾਲ ਜੋ ਭਾਰਤ ਦੇ ਅਧੀਨ ਹੋਵੇ ਉਹਦੇ ਨਾਲ ਸੰਬੰਧ ਰੱਖਦੇ ਹੋਣ, ਓਏ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਕਹਿੰਦੇ ਮੌਲਿਕ ਅਧਿਕਾਰਾਂ ਦੇ ਹੱਕਦਾਰ ਨੇ, ਇਹ ਸਾਰੇ ਲੋਕ ਹੱਕਦਾਰ ਨੇ। ਅਤੇ ਹੁਣ ਤੁਸੀਂ ਦੱਸੋ, ਇਹ ਜਿਹੜੇ ਤੁਹਾਨੂੰ ਗਲਤ ਇਨਫੋਰਮੇਸ਼ਨ ਦੇ ਰਹੇ ਨੇ ਕਿ ਬਾਬਾ ਸਾਹਿਬ ਇਕੱਲੇ ਦਲਿਤਾਂ ਦੇ ਨੇ, ਉਹ ਨਹੀਂ ਭਾਈ, ਸੰਵਿਧਾਨ ਪੜ੍ਹੋ, ਸੰਵਿਧਾਨ ਦੇ ਵਿੱਚ ਦਰਜ ਕਰ ਦਿੱਤਾ ਬਾਬਾ ਸਾਹਿਬ ਨੇ ਕਿ ਸਾਰੇ ਲੋਕ ਮੌਲਿਕ ਅਧਿਕਾਰਾਂ ਦੇ ਹੱਕਦਾਰ ਨੇ। ਮੌਲਿਕ ਅਧਿਕਾਰ 14 ਤੋਂ 35 ਤੱਕ ਆਪਾਂ ਜ਼ਰੂਰ ਪੜ੍ਹਾਂਗੇ, ਉਹਦੇ ਵਿੱਚ ਵੀ ਬਹੁਤ ਵੱਡਾ ਵਿਸ਼ਲੇਸ਼ਣ ਕੀਤਾ ਗਿਆ ਬਾਬਾ ਸਾਹਿਬ ਜੀ ਦੁਆਰਾ, ਉਹਦੇ ਵਿੱਚ ਹੋਰ ਕਲੀਅਰ ਹੋਏਗਾ ਆਪਾਂ ਨੂੰ। ਮੌਲਿਕ ਅਧਿਕਾਰ ਜੇ ਸਾਨੂੰ ਨਹੀਂ ਪਤਾ ਤਾਂ ਕਿਰਪਾ ਕਰਕੇ ਆਪ ਜ਼ਰੂਰ ਪੜ੍ਹਿਓ, ਅਤੇ ਆਪ ਜੀ ਦੇ ਨਾਲ ਮੌਲਿਕ ਅਧਿਕਾਰਾਂ ਦੀ ਮੈਂ ਵੀ ਗੱਲਬਾਤ ਕਰਾਂਗਾ ਜਿੰਨੀ ਕੁ ਮੈਨੂੰ ਸਮਝ ਹੈ। ਸੋ ਇਹ ਸੀ ਆਰਟੀਕਲ 12। ਮੇਰੇ ਖਿਆਲ ਨਾਲ ਇਹ ਆਪ ਜੀ ਨੂੰ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ। ਅੱਗੇ ਆਰਟੀਕਲ 13 ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਲਿਖਦੇ ਨੇ, ਇਸ ਸੰਵਿਧਾਨ ਦੇ ਸ਼ੁਰੂ ਹੋਣ ਤੋਂ ਠੀਕ ਪਹਿਲਾਂ, ਇਹ ਸੰਵਿਧਾਨ ਕਦੋਂ ਸ਼ੁਰੂ ਹੋਇਆ ਬਈ, ਭਾਵ ਲਾਗੂ ਹੋਇਆ, ਸਾਨੂੰ ਸਾਰਿਆਂ ਨੂੰ ਪਤਾ 26 ਜਨਵਰੀ 1950 ਨੂੰ। 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਔਰ ਪਾਸ ਕੀਤਾ ਗਿਆ ਸੰਸਦ ਵੱਲੋਂ। ਕੁਝ ਕੁ ਆਰਟੀਕਲ ਉਦੋਂ ਲਾਗੂ ਹੋ ਗਏ ਸੀ, ਪਰ ਸੰਪੂਰਨ ਤੌਰ 'ਤੇ ਕੰਪਲੀਟ ਭਾਰਤੀ ਸੰਵਿਧਾਨ 26 ਜਨਵਰੀ 1950 ਨੂੰ ਇਸ ਭਾਰਤ ਦੇਸ਼ ਉੱਤੇ ਲਾਗੂ ਹੋਇਆ। ਹੁਣ ਇੱਥੇ ਬਾਬਾ ਸਾਹਿਬ ਕੀ ਕਹਿ ਰਹੇ ਨੇ, ਭਾਰਤੀ ਸੰਵਿਧਾਨ ਦੇ ਆਰਟੀਕਲ 13 ਪੁਆਇੰਟ ਪਹਿਲੇ ਵਿੱਚ ਕਹਿੰਦੇ ਨੇ, ਇਸ ਸੰਵਿਧਾਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ, ਭਾਵ 26 ਜਨਵਰੀ 1950 ਤੋਂ ਪਹਿਲਾਂ ਭਾਰਤ ਦੇ ਰਾਜ ਖੇਤਰ ਵਿੱਚ ਪਾਈਆਂ ਸਭ ਵਿਧੀਆਂ, ਇਹ ਜਿਹੜੀਆਂ ਵਿਧੀਆਂ ਪਾਈਆਂ ਗਈਆਂ ਨੇ 26 ਜਨਵਰੀ 1950 ਤੋਂ ਪਹਿਲਾਂ, ਭਾਵੇਂ ਸਮਾਜਿਕ ਤੌਰ 'ਤੇ ਹੋਣ, ਰਾਜਨੀਤਿਕ ਤੌਰ 'ਤੇ ਹੋਣ, ਧਾਰਮਿਕ ਤੌਰ 'ਤੇ ਹੋਣ, ਉਹਨਾਂ ਦੀ ਗੱਲ ਕਰ ਰਹੇ ਨੇ, ਉਸ ਮਾਤਰ ਤੱਕ ਸਿਫਰ ਹੋਣਗੀਆਂ, ਜ਼ੀਰੋ ਹੋਣਗੀਆਂ, ਉਹ ਖਤਮ ਕੀਤੀਆਂ ਜਾਣਗੀਆਂ।
ਜਿਸ ਹੱਦ ਤੱਕ ਉਹ ਇਸ ਭਾਗ ਦੇ ਪ੍ਰਬੰਧਾਂ ਨਾਲ ਮੇਲ ਨਹੀਂ ਖਾਂਦੀਆਂ। ਭਾਵ ਜੇ ਉਹ ਪਰੰਪਰਾਵਾਂ, ਜੇ ਉਹ ਰੀਤਾਂ, ਜੇ ਉਹ ਰਿਵਾਜ ਜਿਹੜੇ 26 ਜਨਵਰੀ 1950 ਤੋਂ ਪਹਿਲਾਂ ਬਣਾਏ ਸੀ, ਭਾਵੇਂ ਉਹ ਧਾਰਮਿਕ, ਰਾਜਨੀਤਿਕ, ਭਾਵੇਂ ਉਹ ਸਮਾਜਿਕ ਤੌਰ 'ਤੇ ਹੋਣ, ਭਾਰਤੀ ਸੰਵਿਧਾਨ ਕਹਿੰਦਾ ਖਤਮ ਕੀਤੇ ਜਾਂਦੇ ਨੇ। ਕਿਉਂ? ਕਿਉਂਕਿ ਉਹ ਜੇ ਭਾਰਤੀ ਸੰਵਿਧਾਨ ਦੇ ਮੂਲ ਅਧਿਕਾਰਾਂ ਨੂੰ ਖਤਮ ਕਰਦੇ ਹੋਣਗੇ, ਠੇਸ ਪਹੁੰਚਾਉਂਦੇ ਹੋਣਗੇ, ਤੋਹੀਨ ਕਰਦੇ ਹੋਣਗੇ, ਬਾਬਾ ਸਾਹਿਬ ਕਹਿੰਦੇ ਉਹਨਾਂ ਅਧਿਕਾਰਾਂ ਨੂੰ ਬਿਲਕੁਲ ਸਿਫਰ ਕੀਤਾ ਜਾਂਦਾ, ਜ਼ੀਰੋ ਕੀਤਾ ਜਾਂਦਾ। ਇਹ ਭਾਰਤੀ ਸੰਵਿਧਾਨ ਦਾ ਕਾਨੂੰਨ ਕਹਿ ਰਿਹਾ ਹੈ। ਦੇਖੋ, ਔਰਤ ਦੇ ਉੱਤੇ ਕਈ ਪਾਬੰਦੀਆਂ ਲਾਈਆਂ ਗਈਆਂ 26 ਜਨਵਰੀ 1950 ਤੋਂ ਪਹਿਲਾਂ ਦਾ ਇਤਿਹਾਸ ਪੜ੍ਹ ਕੇ ਵੇਖੋ। ਇੱਥੇ ਸਤੀ ਪ੍ਰਥਾ ਔਰਤ ਦੇ ਨਾਲ ਹੁੰਦੀ ਹੈ, ਬਾਲ ਵਿਆਹ ਔਰਤ ਦੇ ਨਾਲ ਹੁੰਦਾ, ਵਿਧਵਾ ਹੋ ਜਾਂਦੀ ਹੈ, ਔਰਤ ਨੂੰ ਵਿਆਹ ਕਰਾਉਣ ਦਾ ਅਧਿਕਾਰ ਨਹੀਂ। ਕੈਸੀਆਂ ਪਰੰਪਰਾਵਾਂ ਨੇ ਔਰਤ 'ਤੇ, ਭਾਰਤ ਦੇ ਲੋਕਾਂ 'ਤੇ, ਮੂਲ ਨਿਵਾਸੀ ਲੋਕਾਂ 'ਤੇ ਕੈਸੇ ਐਸੇ ਧਾਰਮਿਕ ਜੋ ਰੀਤੀ ਰਿਵਾਜ ਸੀ ਲਾਗੂ ਕੀਤੇ ਗਏ, ਜਿਹੜੇ ਉਹਨਾਂ ਦੀ ਮੌਤ ਦਾ ਕਾਰਨ ਵੀ ਬਣਦੇ ਨੇ। ਉਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਗਿਆ। ਤੇ ਮੌਲਿਕ ਅਧਿਕਾਰਾਂ ਦੇ ਵਿੱਚ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ। ਓਏ ਭਾਰਤ ਦੇ ਲੋਕੋ, ਮੈਂ ਡਾਕਟਰ ਅੰਬੇਦਕਰ ਸਾਹਿਬ ਕਹਿ ਰਿਹਾ, ਭਾਰਤੀ ਸੰਵਿਧਾਨ ਦੇ ਵਿੱਚੋਂ ਜੇ ਤੁਹਾਡੇ ਕੋਈ ਅਧਿਕਾਰਾਂ ਨੂੰ ਖਤਮ ਕਰ ਰਿਹਾ ਹੈ, ਮੈਂ ਇਸ ਭਾਰਤੀ ਸੰਵਿਧਾਨ ਦੇ ਵਿੱਚ ਹੀ ਤੁਹਾਨੂੰ ਦੱਸ ਦਿੱਤਾ ਕਿ ਤੁਸੀਂ ਆਰਟੀਕਲ 32, ਆਰਟੀਕਲ 226 ਦੇ ਤਹਿਤ ਮਾਣਯੋਗ ਸੁਪਰੀਮ ਕੋਰਟ, ਮਾਣਯੋਗ ਹਾਈ ਕੋਰਟ ਦੇ ਵਿੱਚ ਜਾ ਕੇ ਪਟੀਸ਼ਨ ਲਾ ਸਕਦੇ ਹੋ ਤੇ ਤੁਹਾਨੂੰ ਤੁਹਾਡੇ ਅਧਿਕਾਰ ਦਿਵਾਏ ਜਾਣਗੇ। ਇਹ ਦਰਵਾਜ਼ੇ ਮੇਰੇ ਭਾਰਤੀ ਸੰਵਿਧਾਨ ਨੇ ਮੈਂ ਤੁਹਾਡੇ ਲਈ ਖੋਲ੍ਹ ਦਿੱਤੇ। ਕਿਉਂ ਨਹੀਂ ਸਾਨੂੰ ਪਤਾ ਬਈ? ਅੱਜ ਵੀ ਸਾਨੂੰ ਬਰਾਬਰ ਨਹੀਂ ਸਮਝਿਆ ਜਾਂਦਾ। ਅੱਜ ਵੀ ਸਾਨੂੰ ਉਹ ਅਧਿਕਾਰ ਜਿਹੜੇ ਸਾਡੇ ਬਣਦੇ ਅਧਿਕਾਰ ਨੇ ਨਹੀਂ ਦਿੱਤੇ ਜਾਂਦੇ, ਪਰ ਅਸੀਂ ਅਵੇਸਲੇ ਹਾਂ, ਅਸੀਂ ਜਾਗਰੂਕ ਨਹੀਂ ਹਾਂ, ਇਸ ਕਰਕੇ ਸਾਨੂੰ ਨਹੀਂ ਪਤਾ। ਓਏ ਬਾਬਾ ਸਾਹਿਬ ਸਾਰਿਆਂ ਦਾ ਸਾਂਝਾ ਹੈ, ਕਿਰਪਾ ਕਰਕੇ ਸੰਵਿਧਾਨ ਪੜ੍ਹੋ। ਮੈਂ ਔਰਤਾਂ ਦੀ ਗੱਲ ਕੀਤੀ ਹੈ ਨਾ, ਸਤੀ ਪ੍ਰਥਾ ਦੀ, ਬਾਲ ਵਿਆਹ ਦੀ ਗੱਲ ਕੀਤੀ ਆ। 7-7, 8-8, 9-9 ਸਾਲ ਦੀਆਂ ਬੱਚੀਆਂ ਦੇ ਇੱਥੇ ਵਿਆਹ ਕੀਤੇ ਜਾਂਦੇ ਸਨ। ਓਏ ਬਾਬਾ ਸਾਹਿਬ ਨੇ ਹਿੰਦੂ ਕੋਡ ਬਿੱਲ ਬਣਾ ਦਿੱਤਾ ਅਤੇ ਉਹ ਪਰੰਪਰਾਵਾਂ ਨੂੰ, ਰੀਤੀ ਰਿਵਾਜਾਂ ਨੂੰ ਖਤਮ ਕਰ ਦਿੱਤਾ। ਭਾਵੇਂ ਕਿ ਉਸ ਸਮੇਂ ਦੀ ਔਰਤ ਨੇ ਵੀ ਵਿਰੋਧ ਕੀਤਾ ਬਾਬਾ ਸਾਹਿਬ ਦਾ, ਪਰ ਅੱਜ ਦੀ ਔਰਤ ਨੂੰ, ਅੱਜ ਦੀ ਭੈਣ ਨੂੰ, ਅੱਜ ਦੀ ਬੀਬੀ ਨੂੰ ਆਪਣੇ ਅਧਿਕਾਰਾਂ ਦਾ ਤਾਂ ਪਤਾ ਹੋਣਾ ਚਾਹੀਦਾ। ਜੇ ਨਹੀਂ ਪਤਾ ਤਾਂ ਮਾफ़ ਕਰਨਾ, ਖਿਮਾ ਕਰਨਾ, ਡਾਕਟਰ ਅੰਬੇਦਕਰ ਦਾ ਜਾਂ ਸੰਵਿਧਾਨ ਦਾ ਕਸੂਰ ਨਹੀਂ, ਇਹਦੇ ਕਸੂਰਵਾਰ ਅਸੀਂ ਖੁਦ ਹਾਂ। ਸੰਵਿਧਾਨ ਤਾਂ ਉਹਨਾਂ ਰੀਤੀਆਂ ਨੂੰ, ਉਹਨਾਂ ਰਿਵਾਜਾਂ ਨੂੰ ਖਤਮ ਕਰ ਰਿਹਾ, ਪਰ ਨਹੀਂ, ਔਰਤ ਬੱਚਾ ਗੋਦ ਨਹੀਂ ਸੀ ਲੈ ਸਕਦੀ। ਤੇ ਬਾਬਾ ਸਾਹਿਬ ਨੇ ਕਿਹਾ ਨਹੀਂ, ਔਰਤ ਬੱਚਾ ਗੋਦ ਲੈ ਸਕਦੀ ਹੈ। ਔਰਤ ਜਾਤੀ ਤੋੜ ਕੇ ਵਿਆਹ ਨਹੀਂ ਸੀ ਕਰ ਸਕਦੀ। ਭਾਰਤੀ ਸੰਵਿਧਾਨ ਕਹਿੰਦੇ ਜਾਤੀ ਤੌਰ 'ਤੇ, ਜਾਤੀ ਤੋੜ ਕੇ ਵਿਆਹ ਕਰ ਸਕਦੀ ਹੈ। ਔਰਤ ਨੌਕਰੀ ਨਹੀਂ ਕਰ ਸਕਦੀ ਸੀ, ਔਰਤ ਪੜ੍ਹਾਈ ਨਹੀਂ ਕਰ ਸਕਦੀ ਸੀ। ਭਾਰਤੀ ਸੰਵਿਧਾਨ ਕਹਿੰਦਾ, ਹਿੰਦੂ ਕੋਡ ਬਿੱਲ ਕਹਿੰਦਾ, ਔਰਤ ਨੂੰ ਇਹ ਅਧਿਕਾਰ ਨੇ, ਉਹ ਨੌਕਰੀ ਵੀ ਕਰ ਸਕਦੀ ਹੈ, ਔਰ ਜਦੋਂ ਉਹਨੇ ਬੱਚੇ ਨੂੰ ਜਨਮ ਦੇਣਾ ਜਾਂ ਗਰਭਵਤੀ ਹੁੰਦੀ ਹੈ, ਉਹ ਛੁੱਟੀ ਦੀ ਵੀ ਅਧਿਕਾਰ ਰੱਖਦੀ ਹੈ ਅਤੇ ਉਹਨੂੰ ਸਮੇਤ ਛੁੱਟੀ ਦੇ ਤਨਖਾਹ ਦੇਣ ਦਾ ਵੀ ਪ੍ਰਬੰਧ ਮੈਂ ਬਣਾ ਕੇ ਚੱਲਿਆ। ਅਤੇ ਬਾਬਾ ਸਾਹਿਬ ਨੇ ਕਾਨੂੰਨ ਬਣਾਇਆ। ਪਤੀ ਅਤੇ ਪਤਨੀ ਦੋਨੇ ਇੱਕੋ ਹੀ ਵਿਆਹ ਕਰਾ ਸਕਦੇ ਨੇ, ਜਿੰਨਾ ਤੱਕ ਉਹ ਆਪਸ ਵਿੱਚ ਤਲਾਕ ਨਹੀਂ ਲੈਂਦੇ। ਪਤੀ ਦੂਸਰਾ ਵਿਆਹ ਨਹੀਂ ਕਰਾ ਸਕਦਾ। ਇਹ ਕਾਨੂੰਨ ਬਣਾ ਦਿੱਤਾ, ਔਰਤ ਲਈ ਵੀ, ਮਰਦ ਲਈ ਵੀ। ਇਹਦਾ ਮਤਲਬ ਇਹ ਨਹੀਂ ਕਿ ਔਰਤ ਜਦੋਂ ਆਪਣੇ ਪਤੀ ਨਾਲ ਵਿਆਹ ਕਰਾ ਲੈਂਦੀ ਹੈ ਅਤੇ ਪਤੀ ਅੱਗੇ 3-3, 4-4 ਹੋਰ ਔਰਤਾਂ ਰੱਖੀ ਫਿਰੇ। ਨਹੀਂ, ਭਾਰਤੀ ਸੰਵਿਧਾਨ ਕਹਿ ਰਿਹਾ, ਹਿੰਦੂ ਕੋਡ ਬਿੱਲ ਕਹਿ ਰਿਹਾ, ਨਹੀਂ, ਇਹ ਔਰਤ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਇਹ ਆ ਡਾਕਟਰ ਅੰਬੇਦਕਰ ਸਾਹਿਬ ਜੀ ਦੀ ਦੇਣ। ਇਹ ਜਦੋਂ ਵਿਸ਼ਾ ਆਏਗਾ ਨਾ ਆਪਣਾ ਬਰਾਬਰਤਾ ਦਾ ਅਧਿਕਾਰ, ਉਹਦੇ ਵਿੱਚ ਤੁਹਾਨੂੰ ਅਧਿਕਾਰ ਦੱਸੇ ਗਏ ਨੇ ਔਰਤ ਦੇ, ਫਿਰ ਉੱਥੇ ਪੜ੍ਹਾਂਗੇ। ਸੋ ਜਿਹੜੀ ਮੈਂ ਇੱਥੇ ਗੱਲ ਕਰ ਰਿਹਾ ਉਹ ਇਹ ਹੈ ਕਿ ਬਾਬਾ ਸਾਹਿਬ ਜੀ ਕਹਿੰਦੇ 26 ਜਨਵਰੀ 1950 ਤੋਂ ਪਹਿਲਾਂ ਬਣਾਈਆਂ ਗਈਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਤੌਰ 'ਤੇ ਜਿਹੜੀਆਂ ਇਨਸਾਨਾਂ ਦੇ ਵਿਰੁੱਧ ਵਿਧੀਆਂ ਬਣਾਈਆਂ ਗਈਆਂ ਨੇ ਜਾਂ ਮੌਲਿਕ ਅਧਿਕਾਰਾਂ ਦੇ ਵਿਰੁੱਧ ਵਿਧੀਆਂ ਬਣਾਈਆਂ ਗਈਆਂ ਨੇ, ਉਹ ਸਿਫਰ, ਜ਼ੀਰੋ ਕੀਤੀਆਂ ਜਾਂਦੀਆਂ ਨੇ। ਮੈਂ ਇੱਕ ਵਾਰੀ ਫੇਰ ਪੜ੍ਹਦੇ ਹਾਂ। ਇਸ ਸੰਵਿਧਾਨ ਦੇ ਸ਼ੁਰੂ ਹੋਣ ਤੋਂ ਠੀਕ ਪਹਿਲਾਂ
ਭਾਰਤ ਦੇ ਰਾਜ ਖੇਤਰ ਵਿੱਚ ਪਾਈਆਂ ਸਭ ਵਿਧੀਆਂ ਉਸ ਮਾਤਰ ਤੱਕ ਸਿਫਰ ਹੋਣਗੀਆਂ ਜਿਸ ਹੱਦ ਤੱਕ ਉਹ ਇਸ ਭਾਗ ਦੇ ਪ੍ਰਬੰਧਾਂ ਨਾਲ ਮੇਲ ਨਹੀਂ ਖਾਂਦੀਆਂ। ਆ ਜਾਓ ਹੁਣ ਅਗਲਾ ਪੁਆਇੰਟ ਪੜ੍ਹਦੇ ਹਾਂ ਆਪਾਂ। ਇਹਨੂੰ ਕਹਿੰਦੇ ਆ ਬਾਬਾ ਸਾਹਿਬ, ਇਹਨੂੰ ਕਹਿੰਦੇ ਆ ਮਸੀਹਾ। ਐਵੇਂ ਨਹੀਂ ਅਸੀਂ ਰੱਬ ਆਖਿਆ। ਪਾਣੀ ਛੰਨੇ ਵਿੱਚੋਂ ਕਾਂ ਪੀਤਾ, ਅਸਾਂ ਨੇ ਤੈਨੂੰ ਰੱਬ ਮੰਨਿਆ। ਬਾਬਾ ਸਾਹਿਬ ਸਜਦਾ ਹੀ ਤਾਂ ਕੀਤਾ, ਰੱਬ ਨਹੀਂ ਤੇ ਹੋਰ ਕੀ ਹੈ। ਸਾਡੇ ਨਿਭਾਗੇ ਲੋਕਾਂ ਲਈ, ਔਰਤਾਂ ਲਈ ਰੱਬ ਵੀ ਨਹੀਂ ਆਇਆ। ਇਹ ਤਾਂ ਗੁਰੂ ਸਾਹਿਬਾਨ ਆਏ, ਸਾਡੇ ਮਹਾਂਪੁਰਖ, ਸਾਡੇ ਰਹਿਬਰ ਆਏ। ਉਹਨਾਂ ਨੇ ਮਾਵਾਂ ਦੀਆਂ ਪੇਟਾਂ ਦੇ ਵਿੱਚੋਂ ਜਨਮ ਲਏ, ਉਹਨਾਂ ਨੇ ਜ਼ੁਲਮ ਦੇ ਨਾਲ ਮੱਥਾ ਲਾਇਆ, ਟੱਕਰ ਲਈ, ਅਧਿਕਾਰਾਂ ਲਈ ਲੜੇ, ਅਧਿਕਾਰ ਦਿਵਾਏ ਵੀ। ਪਰ ਬਾਬਾ ਸਾਹਿਬ ਜੀ ਨੇ ਉਹਨਾਂ ਅਧਿਕਾਰਾਂ ਨੂੰ ਕਾਨੂੰਨੀ ਰੂਪ ਦੇ ਦਿੱਤਾ। ਇਹ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਐਵੇਂ ਨਹੀਂ ਅਸੀਂ ਬਾਬਾ ਸਾਹਿਬ ਨੂੰ ਰੱਬ ਰੱਬ ਕਹਿੰਦੇ। ਜਾਨ ਹੈ ਸਾਡੀ, ਜ਼ਿੰਦਗੀ ਹੈ ਬਾਬਾ ਸਾਹਿਬ ਸਾਡੀ। ਸਾਡੀ ਜ਼ਿੰਦਗੀ ਦੇ ਵਿੱਚੋਂ ਬਾਬਾ ਸਾਹਿਬ ਕੱਢ ਦਿੱਤਾ, ਪੱਲੇ ਕੁਛ ਵੀ ਨਹੀਂ ਰਹਿੰਦਾ। ਸੰਵਿਧਾਨ ਕੱਢ ਦਿਓ, ਮੂੰਹ 'ਤੇ ਕੁੱਜਾ, ਲੱਕ ਨਾਲ ਝਾੜੂ, ਪਿੰਡੋਂ ਬਾਹਰ ਹੋਵਾਂਗੇ, ਸ਼ਹਿਰੋਂ ਬਾਹਰ ਹੋਵਾਂਗੇ। ਸੋ ਆਓ ਆਰਟੀਕਲ 13 ਦਾ ਭਾਗ ਦੂਜਾ ਪੜ੍ਹੀਏ। ਰਾਜ ਅਜਿਹਾ ਕੋਈ ਢੰਗ ਤਰੀਕਾ ਨਹੀਂ ਅਪਣਾਏਗਾ। ਰਾਜ, ਮੈਂ ਬੇਨਤੀ ਕੀਤੀ ਸੀ ਵੀ ਜਿੱਥੇ ਕੇਂਦਰ ਸਰਕਾਰ ਨੂੰ ਰਾਜ ਆਖਿਆ, ਉੱਥੇ ਪੰਜਾਬ ਦੀ ਸਰਕਾਰ ਨੂੰ ਵੀ ਰਾਜ ਆਖਿਆ। ਹੁਣ ਤੁਸੀਂ ਇਹ ਸਮਝਿਓ, ਕੇਂਦਰ ਸਰਕਾਰ ਦੀ ਗੱਲ ਵੀ ਅਤੇ ਰਾਜ ਸਰਕਾਰ ਦੀ ਗੱਲ ਵੀ, ਸਟੇਟਾਂ ਦੀ ਗੱਲ ਵੀ ਆ। ਰਾਜ ਅਜਿਹਾ ਕੋਈ ਢੰਗ ਤਰੀਕਾ ਨਹੀਂ ਅਪਣਾਏਗਾ ਜੋ ਇਸ ਭਾਗ ਦੁਆਰਾ ਪ੍ਰਦਾਨ ਕੀਤੇ ਗਏ ਅਧਿਕਾਰਾਂ ਨੂੰ ਖੋਹਦਾ ਹੋਵੇ ਜਾਂ ਘੱਟ ਕਰਦਾ ਹੋਵੇ। ਓਏ ਬਾਬਾ ਸਾਹਿਬ ਕਹਿੰਦੇ ਮੈਂ ਉਹਨਾਂ 'ਤੇ ਤਾਂ ਧਾਰਮਿਕ ਲੋਕਾਂ 'ਤੇ, ਰਾਜਨੀਤਿਕ ਲੋਕਾਂ 'ਤੇ, ਜਾਂ ਉਹ ਜਿਹੜੇ ਸਮਾਜਿਕ ਲੋਕ ਨੇ ਉਹਨਾਂ 'ਤੇ ਤਾਂ ਪਾਬੰਦੀਆਂ ਲਾ ਦਿੱਤੀਆਂ, ਮੈਂ ਇਹਨਾਂ 'ਤੇ ਵੀ ਪਾਬੰਦੀ ਲਾ ਦਿੱਤੀ ਵੀ ਕਿਤੇ ਇਹੀ ਨਾ ਮੇਰੇ ਅਧਿਕਾਰਾਂ ਨੂੰ, ਮੇਰੇ ਲੋਕਾਂ ਦੇ ਅਧਿਕਾਰਾਂ ਨੂੰ ਖਤਮ ਕਰ ਦੇਣ। ਬਾਬਾ ਸਾਹਿਬ ਨੇ ਕਿਹਾ, ਸੰਵਿਧਾਨ ਦੇ ਵਿੱਚ ਦਰਜ ਕਰ ਦਿੱਤਾ ਕਿ ਸਰਕਾਰ ਵੀ ਇਹਨਾਂ ਅਧਿਕਾਰਾਂ ਨੂੰ ਖਤਮ ਨਹੀਂ ਕਰ ਸਕਦੀ, ਨਾ ਹੀ ਘੱਟ ਕਰ ਸਕਦੀ ਹੈ। ਭਾਗ ਦੂਜੇ ਦੇ ਵਿੱਚ ਅੱਗੇ ਜਿਹੜੇ ਪੁਆਇੰਟ ਨੇ ਉਹਦੇ ਵਿੱਚ ਬਾਬਾ ਸਾਹਿਬ ਜੀ ਕਹਿੰਦੇ, ਇਸ ਭਾਗ ਦੇ ਉਲੰਘਣ ਵਿੱਚ ਬਣਾਈ ਗਈ ਹਰ ਵਿਧੀ ਉਲੰਘਣ ਦੀ ਮਾਤਰਾ ਤੱਕ ਜ਼ੀਰੋ ਹੋਵੇਗੀ। ਜੇ ਉਹਨਾਂ ਨੂੰ ਆਖਿਆ, ਧਾਰਮਿਕ ਰਾਜਨੀਤਿਕ ਲੋਕਾਂ ਨੂੰ ਆਖਿਆ, ਤਾਂ ਇੱਥੇ ਸਰਕਾਰਾਂ ਨੂੰ ਵੀ ਆਖ ਦਿੱਤਾ, ਇਹ ਵੀ ਰਾਜਨੀਤਿਕ ਤੌਰ 'ਤੇ ਆ ਜਾਂਦੇ ਨੇ ਵੀ ਜੇ ਕੋਈ ਵਿਧੀ ਬਣਾ ਵੀ ਲੈਣ ਤਾਂ ਭਾਰਤੀ ਸੰਵਿਧਾਨ ਉਹਨੂੰ ਬਿਲਕੁਲ ਜ਼ੀਰੋ ਸਮਝੇਗਾ, ਸਿਫਰ ਸਮਝੇਗਾ, ਉਹਨੂੰ ਮਹਾਨਤਾ ਨਹੀਂ ਦੇਗਾ। ਪਰ ਅਸੀਂ ਲੋਕ ਸੁੱਤੇ ਪਏ ਹਾਂ। ਉਹ ਕੁੰਭਕਰਨ ਤੋਂ ਹੀ ਬਦਨਾਮ ਆ ਵੀ ਉਹ 6 ਮਹੀਨੇ ਸੁੱਤਾ ਰਿਹਾ, ਅਸਲ ਦੇ ਵਿੱਚ ਸੁੱਤੇ ਤਾਂ ਅਸੀਂ ਹਾਂ। ਕੁੰਭਕਰਨ ਤਾਂ 6 ਮਹੀਨਿਆਂ ਬਾਅਦ ਉੱਠ ਵੀ ਖੜ੍ਹਦਾ ਸੀ। ਜਦੇ ਅਸੀਂ ਜਨਮ ਲਿਆ, ਜਦੇ ਹੀ ਸੁੱਤੇ ਪਏ ਹਾਂ, ਮਾਨਸਿਕ ਤੌਰ 'ਤੇ ਸੁੱਤੇ ਪਏ ਹਾਂ, ਅਜੇ ਤੱਕ ਨਹੀਂ ਉੱਠੇ। ਉੱਠਣ ਦੀ ਜ਼ਰੂਰਤ ਹੈ ਸਾਨੂੰ। ਇਹ ਆ ਬਾਬਾ ਸਾਹਿਬ ਦਾ ਸੰਵਿਧਾਨ। ਆਰਟੀਕਲ 13 ਦੇ ਵਿੱਚ ਪੁਆਇੰਟ ਦੂਜੇ ਦੇ ਵਿੱਚ ਅੱਗੇ ਗੱਲ ਕਰ ਰਹੇ ਨੇ। ਅਗਲੀ ਗੱਲ ਵਿੱਚ ਜੋ ਅਖੀਰਲੀ ਗੱਲ ਬਾਬਾ ਸਾਹਿਬ ਲਿਖਦੇ ਨੇ ਆਰਟੀਕਲ 13 ਦੇ ਵਿੱਚ, ਇਸ ਆਰਟੀਕਲ ਦੀ ਕੋਈ ਵੀ ਗੱਲ ਧਾਰਾ 368 ਦੇ ਅਧੀਨ ਕੀਤੇ ਗਏ ਇਸ ਸੰਵਿਧਾਨ ਦੇ ਕਿਸੇ ਸੰਸ਼ੋਧਨ 'ਤੇ ਲਾਗੂ ਨਹੀਂ ਹੋਵੇਗੀ। ਵਾਹ, ਕਿਆ ਕਮਾਲ ਦੀ ਗੱਲ ਲਿਖੀ ਹੈ ਬਾਬਾ ਸਾਹਿਬ ਨੇ। ਭਾਰਤੀ ਸੰਵਿਧਾਨ ਜਦੋਂ ਪੜ੍ਹੋਗੇ ਨਾ ਤੁਸੀਂ, ਉਹਦੇ ਵਿੱਚ ਆਰਟੀਕਲ 368 ਦਰਜ ਕੀਤਾ ਗਿਆ, ਔਰ ਜਿਹੜਾ ਆਰਟੀਕਲ 368 ਹੈ ਉਹਦੇ ਵਿੱਚ ਲਿਖਿਆ ਗਿਆ ਕਿ ਤੁਸੀਂ ਭਾਰਤੀ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰ ਸਕਦੇ ਹੋ ਸਮੇਂ ਮੁਤਾਬਕ। ਇਹ ਪਾਵਰਾਂ ਮਾਣਯੋਗ ਰਾਸ਼ਟਰਪਤੀ ਸਾਹਿਬ, ਸੰਸਦ, ਪਾਰਲੀਮੈਂਟ ਨੂੰ ਦਿੱਤੀ ਗਈ ਹੈ। ਉਹ ਬਹੁਤ ਵੱਡਾ ਕਾਨੂੰਨ ਹੈ, ਪ੍ਰੋਸੈਸ ਹੈ। ਉਹ ਆਰਟੀਕਲ 368 ਪੜ੍ਹੋਗੇ ਤਾਂ ਤੁਹਾਨੂੰ ਸਮਝ ਲੱਗ ਜਾਏਗਾ। ਪਰ ਬਾਬਾ ਸਾਹਿਬ ਜੀ ਨੇ ਇੱਥੇ ਨੋਟ ਦੇ ਦਿੱਤਾ, ਉਹ ਕੀ ਹੈ? ਕਹਿੰਦੇ ਇਸ ਆਰਟੀਕਲ ਦੀ ਕੋਈ ਵੀ ਗੱਲ ਧਾਰਾ 368 ਦੇ ਅਧੀਨ ਕੀਤੇ ਗਏ ਇਸ ਸੰਵਿਧਾਨ ਦੇ ਕਿਸੇ ਵੀ ਸੰਸ਼ੋਧਨ 'ਤੇ ਲਾਗੂ ਨਹੀਂ ਹੋਵੇਗੀ। ਮੌਲਿਕ ਅਧਿਕਾਰਾਂ ਨੂੰ ਆਰਟੀਕਲ 368 ਵੀ ਖਤਮ ਨਹੀਂ ਕਰ ਸਕਦਾ। ਇਹ ਭਾਰਤੀ ਸੰਵਿਧਾਨ ਕਹਿ ਰਿਹਾ ਹੈ, ਮੌਲਿਕ ਅਧਿਕਾਰਾਂ ਨੂੰ ਕੋਈ ਵੀ ਖਤਮ ਨਹੀਂ ਕਰ ਸਕਦਾ। ਇਹ ਬਾਬਾ ਸਾਹਿਬ ਨੇ ਗੱਲ ਲਿਖ ਵੀ ਦਿੱਤੀ
ਕਹਿੰਦੇ ਆਉਣ ਵਾਲੀ ਕੋਈ ਸਰਕਾਰ ਐਸੀ ਆ ਜਾਵੇ ਜੋ ਇਹਨਾਂ ਮੌਲਿਕ ਅਧਿਕਾਰਾਂ ਨੂੰ ਸੰਵਿਧਾਨ ਦੇ ਨਾਲ ਹੀ ਖਤਮ ਕਰ ਦੇਵੇ। ਪਰ ਬਾਬਾ ਸਾਹਿਬ ਜੀ ਨੇ ਉਹ ਵੀ ਗੱਲ ਇੱਥੇ ਲਿਖ ਦਿੱਤੀ, ਸੰਵਿਧਾਨ ਦੇ ਨਾਲ ਤੁਸੀਂ ਸੰਸ਼ੋਧਨ ਤਾਂ ਕਰ ਸਕਦੇ ਹੋ ਸੰਵਿਧਾਨ ਦੇ ਵਿੱਚ, ਪਰ ਆਰਟੀਕਲ 368 ਮੌਲਿਕ ਅਧਿਕਾਰਾਂ 'ਤੇ ਲਾਗੂ ਨਹੀਂ ਹੋਵੇਗਾ। ਇਹ ਬਾਬਾ ਸਾਹਿਬ ਨੇ ਆਖਿਆ। ਇਹ ਬਹੁਤ ਵੱਡਾ ਪੁਆਇੰਟ ਹੈ। ਇਹ ਤੁਹਾਡੇ ਅਧਿਕਾਰਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ। ਆਰਟੀਕਲ 368 ਵੀ ਨਹੀਂ ਖਤਮ ਕਰ ਸਕਦਾ। ਭਾਵ ਭਾਰਤੀ ਸੰਵਿਧਾਨ ਦਾ ਆਰਟੀਕਲ ਵੀ ਇਹਨਾਂ ਮੌਲਿਕ ਅਧਿਕਾਰਾਂ ਨੂੰ ਖਤਮ ਨਹੀਂ ਕਰ ਸਕਦਾ। ਮੇਰੇ ਖਿਆਲ ਨਾਲ ਆਪ ਜੀ ਨੂੰ ਸਮਝ ਲੱਗ ਗਈ ਹੋਵੇਗੀ। ਇਹ ਆ ਸਾਡੇ ਬਾਬਾ ਸਾਹਿਬ, ਇਹ ਆ ਸਾਡੇ ਭਾਰਤੀ ਸੰਵਿਧਾਨ। ਅਸੀਂ ਜਿੱਥੇ ਆਪਣੇ ਰਹਿਬਰਾਂ ਦਾ ਇਤਿਹਾਸ ਪੜ੍ਹਦੇ ਹਾਂ, ਮਹਾਂਪੁਰਖਾਂ ਦਾ ਇਤਿਹਾਸ ਪੜ੍ਹਦੇ ਹਾਂ, ਉਹਨਾਂ ਨੇ ਸੰਘਰਸ਼ ਕੀਤਾ, ਸੰਘਰਸ਼ ਇੱਥੇ ਤੱਕ ਪਹੁੰਚਿਆ। ਬਾਬਾ ਸਾਹਿਬ ਨੇ ਕਾਨੂੰਨੀ ਰੂਪ ਦੇ ਦਿੱਤਾ ਸਾਡੇ ਅਧਿਕਾਰਾਂ ਨੂੰ, ਸਾਡੇ ਹੱਕਾਂ ਨੂੰ, ਵੀ ਕੋਈ ਖਤਮ ਨਾ ਕਰ ਸਕੇ। ਸੋ ਇਸ ਤੋਂ ਅੱਗੇ ਆਪਾਂ ਭਾਰਤੀ ਸੰਵਿਧਾਨ ਦੇ ਮੂਲ ਅਧਿਕਾਰਾਂ ਨੂੰ ਪੜ੍ਹਾਂਗੇ। 14 ਤੋਂ 35 ਤੱਕ ਮੌਲਿਕ ਅਧਿਕਾਰ ਸ਼ੁਰੂ ਹੋ ਜਾਂਦੇ ਨੇ। ਪਹਿਲਾ ਬਰਾਬਰਤਾ ਦਾ ਅਧਿਕਾਰ, ਦੂਜਾ ਆਜ਼ਾਦੀ ਦਾ ਅਧਿਕਾਰ, ਤੀਜਾ ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਚੌਥਾ ਧਰਮ ਦੀ ਆਜ਼ਾਦੀ ਦਾ ਅਧਿਕਾਰ, ਪੰਜਵਾਂ ਜਿਹੜਾ ਅਧਿਕਾਰ ਹੈ ਉਹ ਹੈ ਪੜ੍ਹਾਈ ਅਤੇ ਸੱਭਿਆਚਾਰ ਦਾ ਅਧਿਕਾਰ, ਛੇਵਾਂ ਅਧਿਕਾਰ ਇਹਨਾਂ ਅਧਿਕਾਰਾਂ ਨੂੰ ਮਾਨਣ ਦਾ ਸੰਵਿਧਾਨਕ ਅਧਿਕਾਰ। ਮੈਂ ਉਹ ਦੱਸ ਦਿੱਤਾ ਪਹਿਲਾਂ ਆਰਟੀਕਲ 32 ਤੇ 226 ਮਾਣਯੋਗ ਹਾਈ ਕੋਰਟ ਅਤੇ ਮਾਣਯੋਗ ਸੁਪਰੀਮ ਕੋਰਟ ਬਾਰੇ, ਉਹ ਮੈਂ ਦੱਸ ਦਿੱਤਾ। ਉਹ ਆਪਾਂ ਅੱਗੇ ਆਉਣ ਵਾਲੇ ਦਿਨਾਂ ਵਿੱਚ ਗੱਲਬਾਤ ਕਰਾਂਗੇ। ਅਤੇ ਇੱਕ ਜ਼ਰੂਰੀ ਬੇਨਤੀ ਇਹ ਆ, ਮੈਂ ਹੁਣੇ ਹੀ ਦੱਸ ਦਿੰਦਾ, ਇੱਕ 7ਵਾਂ ਮੌਲਿਕ ਅਧਿਕਾਰ ਸੀ, ਉਹ ਆਰਟੀਕਲ 300A ਦੇ ਵਿੱਚ ਸੰਸ਼ੋਧਨ ਕਰਕੇ ਚਲੇ ਗਿਆ। ਉਹ ਕਿਵੇਂ ਗਿਆ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਜਿੱਥੇ ਮੈਨੂੰ ਕੁਝ ਨਾ ਪਤਾ ਲੱਗੇ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ, ਬਹੁਤ ਹੀ ਮਾਣਯੋਗ ਫਗਵਾੜੇ ਦੇ ਐਡਵੋਕੇਟ SL ਬਿਰਦੀ ਸਾਹਿਬ ਜੀ ਨੇ, ਜਿਹੜੇ ਬਹੁਤ ਹੀ ਗਿਆਨ ਦੇ ਭੰਡਾਰ ਨੇ, ਜਿਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਨੇ ਦੇ ਸੰਵਿਧਾਨ ਨੂੰ, ਉਹਨਾਂ ਦੀਆਂ ਕਿਤਾਬਾਂ ਨੂੰ, ਉਹਨਾਂ ਦੇ ਨਾਮ ਨੂੰ ਭਾਰਤ ਨਹੀਂ ਪੂਰੀ ਦੁਨੀਆ ਦੇ ਲੋਕਾਂ ਤੱਕ ਪਹੁੰਚਾਇਆ। ਆਪਾਂ ਉਹਨਾਂ ਦੀ ਮਦਦ ਵੀ ਲਵਾਂਗੇ। ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ, ਜੇ ਮੈਂ ਕਿਤੇ ਗਲਤੀ ਕਰ ਗਿਆ ਹੋਵਾਂ, ਕਿਉਂਕਿ ਮੈਂ ਕੋਈ ਕਾਨੂੰਨ ਦਾ ਵਿਦਿਆਰਥੀ ਨਹੀਂ, ਕੋਈ ਲਾਅ ਦਾ ਵਿਦਿਆਰਥੀ ਨਹੀਂ, ਤੁਹਾਡੇ ਵਾਂਗੂ ਇੱਕ ਆਮ ਮਨੁੱਖਾਂ, ਜਿੰਨੀ ਕੁ ਮੈਨੂੰ ਸੰਵਿਧਾਨ ਦੀ ਸਮਝ ਲੱਗੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਮੇਰੀਆਂ ਗਲਤੀਆਂ ਮੈਨੂੰ ਦੱਸਣ ਦਾ ਯਤਨ ਕਰਨਾ। ਸੋ ਮਾਫੀ ਚਾਹੁੰਦਾ ਜੀ। ਅੱਗੇ ਆਪਾਂ ਸੰਵਿਧਾਨ ਲੈ ਕੇ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ।